ਤੁਸੀਂ ਸੁਣ ਰਹੇ ਹੋ ਖਲੀਲ ਜਿਬਰਾਨ ਦਾ ਨਾਵਲ ਟੁੱਟੇ ਖੰਭ, ਅੰਕ ਚੌਥਾ। ਕੁਝ ਹੀ ਦਿਨਾਂ ਵਿੱਚ ਇਕੱਲ ਨੇ ਮੈਨੂੰ ਅਕਾ ਦਿੱਤਾ ਅਤੇ ਕਿਤਾਬਾਂ ਪੜ੍ਹ ਕੇ ਮੈਂ ਹਾਰ ਹੁੱਟ ਗਿਆ। ਮੈਂ ਗੱਡੀ ਕਿਰਾਏ 'ਤੇ ਕੀਤੀ ਅਤੇ ਫੈਰਸ ਆਫੰਦੀ ਦੇ ਘਰ ਵੱਲ ਚਾਲੇ ਪਾ ਦਿੱਤੇ। ਜਿਉਂ ਹੀ ਮੈਂ ਝੀਲ ਦੇ ਜੰਗਲਾਂ ਕੋਲ ਪੁੱਜਿਆ ਜਿੱਥੇ ਲੋਕ ਮਨੋਰੰਜਨ ਕਰਨ ਜਾਂਦੇ ਸਨ, ਡਰਾਈਵਰ ਨੇ ਗੱਡੀ ਹੋਰ ਰਸਤੇ ਪਾ ਲਈ ਜਿਸ ਦੇ ਦੋਵੇਂ ਪਾਸੇ ਬਾਂਸ ਦੇ ਦਰਖਤਾਂ ਦੀਆਂ ਕਤਾਰਾਂ ਸਨ। ਉੱਥੋਂ ਲੰਘਦਿਆਂ ਅਸੀਂ ਹਰੇ ਭਰੇ ਘਾਹ, ਅੰਗੂਰਾਂ ਦੇ ਬਾਗਾਂ ਅਤੇ ਨਿਸ਼ਾਨ ਦੇ ਕਈ ਰੰਗਾਂ ਦੇ ਨਵੇਂ ਖਿੜੇ ਫੁੱਲਾਂ ਦਾ ਆਨੰਦ ਮਾਣਿਆ। ਕੁਝ ਹੀ ਮਿੰਟਾਂ ਵਿੱਚ ਗੱਡੀ ਖੂਬਸੂਰਤ ਬਾਗ ਵਿੱਚ ਬਣੇ ਇਕਾਂਤ ਜਿਹੇ ਘਰ ਅੱਗੇ ਜਾ ਰੁਕੀ। ਚਾਰੇ ਪਾਸੇ ਗੁਲਾਬ, ਚੰਬੇਲੀ ਤੇ ਜੈਸਮੀਨ ਦੇ ਫੁੱਲਾਂ ਦੀ ਖੁਸ਼ਬੂ ਦਾ ਰਾਜ ਸੀ। ਮੈਂ ਗੱਡੀ ਵਿੱਚੋਂ ਉਤਰ ਕੇ ਖੁੱਲ੍ਹੇ ਬਾਗ ਵਿੱਚ ਵੜਿਆ ਹੀ ਸਾਂ ਕਿ ਅੱਗੋਂ ਮੈਨੂੰ ਫੈਰਸ ਆਫੰਦੀ ਆਣ ਮਿਲਿਆ। ਉਸਨੇ ਮੇਰਾ ਬੜਾ ਨਿੱਘਾ ਸਵਾਗਤ ਕੀਤਾ ਅਤੇ ਮੇਰੇ ਕੋਲ ਇੰਝ ਆ ਬੈਠਾ ਜਿਵੇਂ ਬਾਪ ਆਪਣੇ ਬੇਟੇ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਉਸਨੇ ਮੇਰੇ ਜੀਵਨ, ਭਵਿੱਖ ਅਤੇ ਪੜ੍ਹਾਈ ਲਿਖਾਈ ਬਾਰੇ ਸਵਾਲਾਂ ਦੀ ਵਰਖਾ ਜਿਹੀ ਕਰ ਦਿੱਤੀ। ਮੈਂ ਬੜੇ ਜੋਸ਼ ਅਤੇ ਹੌਸਲੇ ਨਾਲ ਉਸਦੇ ਸਵਾਲਾਂ ਦੇ ਜਵਾਬ ਦਿੱਤੇ। ਉਸੇ ਵੇਲੇ ਮਹਿਮਾ ਭਰੇ ਭਜਨਾਂ ਦੀ ਗੂੰਜ ਮੇਰੇ ਕੰਨਾਂ ਵਿੱਚ ਰਸ ਘੋਲ ਰਹੀ ਸੀ ਅਤੇ ਮੈਂ ਆਸ ਭਰੇ ਸੁਪਨਿਆਂ ਦੇ ਸ਼ਾਂਤ ਸਮੁੰਦਰ ਉੱਤੇ ਤੈਰ ਰਿਹਾ ਸਾਂ। ਉਸ ਵੇਲੇ ਕੀਮਤੀ ਚਿੱਟੇ ਰੇਸ਼ਮੀ ਗਾਊਨ ਵਿੱਚ ਸਜੀ ਸਵਰੀ ਇੱਕ ਖੂਬਸੂਰਤ ਨੌਜਵਾਨ ਲੜਕੀ ਦਰਵਾਜ਼ੇ ਤੋਂ ਕੀਮਤੀ ਪਰਦਾ ਹਟਾ ਕੇ ਅੰਦਰ ਆਈ ਅਤੇ ਮੇਰੇ ਵੱਲ ਵਧੀ। ਫੈਰਸ ਆਫੰਦੀ ਤੇ ਮੈਂ ਆਪਣੀ ਜਗ੍ਹਾ ਤੋਂ ਉੱਠ ਖਲੋਤੇ। ਬਜ਼ੁਰਗ ਨੇ ਜਾਣ ਪਛਾਣ ਕਰਵਾਉਣ ਦੇ ਲਹਿਜੇ ਨਾਲ ਕਿਹਾ, ਇਹ ਮੇਰੀ ਬੇਟੀ ਸਲਮਾ ਹੈ। ਫਿਰ ਮੇਰੇ ਬਾਰੇ ਜਾਣਕਾਰੀ ਦਿੰਦਿਆਂ ਉਸ ਦੱਸਿਆ ਕਿ ਤਕਦੀਰ ਨੇ ਮੇਰੇ ਪਿਆਰੇ ਦੋਸਤ ਨੂੰ ਉਸ ਦੇ ਬੇਟੇ ਦੇ ਰੂਪ ਵਿੱਚ ਮੇਰੇ ਨਾਲ ਮੁੜ ਮਿਲਾ ਦਿੱਤਾ ਹੈ। ਸਲਮਾ ਨੇ ਕੁਝ ਪਲ ਮੇਰੇ ਵੱਲ ਇੰਝ ਵੇਖਿਆ ਜਿਵੇਂ ਕੋਈ ਅਜਨਬੀ ਘਰ ਵਿੱਚ ਆ ਗਿਆ ਹੋਵੇ। ਜਦੋਂ ਮੈਂ ਉਸਦੇ ਹੱਥ ਨੂੰ ਛੂਹਿਆ, ਉਹ ਸਫੇਦ ਲਿੱਲੀ ਫੁੱਲ ਵਾਂਗ ਸੀ। ਇੱਕ ਅਜੀਬ ਜਿਹੀ ਕਸਕ ਮੇਰੇ ਦਿਲ ਵਿੱਚ ਪੈਦਾ ਹੋਈ। ਅਸੀਂ ਸਾਰੇ ਇੰਝ ਚੁੱਪ ਹੋ ਕੇ ਬੈਠ ਗਏ ਜਿਵੇਂ ਸਲਮਾ ਦੇ ਨਾਲ ਕਮਰੇ ਵਿੱਚ ਕੋਈ ਸਤਿਕਾਰਯੋਗ ਪਵਿੱਤਰ ਰੂਹ ਦਾਖਲ ਹੋ ਗਈ ਹੋਵੇ। ਉਸਨੇ ਇਸ ਚੁੱਪ ਨੂੰ ਮਹਿਸੂਸ ਕਰਦਿਆਂ ਮੁਸਕਰਾ ਕੇ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਉਸਦੇ ਪਿਤਾ ਨੇ ਆਪਣੀ ਜਵਾਨੀ ਵੇਲੇ ਦੀਆਂ ਬੀਤੀਆਂ ਗੱਲਾਂ ਸੁਣਾਉਂਦਿਆਂ ਤੁਹਾਡੇ ਪਿਤਾ ਨਾਲ ਬਿਤਾਏ ਦਿਨਾਂ ਨੂੰ ਕਈ ਵਾਰ ਦੁਹਰਾਇਆ ਹੈ। ਜੇ ਤੁਹਾਡੇ ਪਿਤਾ ਨੇ ਵੀ ਅਜਿਹਾ ਹੀ ਕੀਤਾ ਹੈ ਤਾਂ ਇਹ ਸਾਡੀ ਪਹਿਲੀ ਮਿਲਣੀ ਨਹੀਂ। ਆਪਣੀ ਬੇਟੀ ਨੂੰ ਇਸ ਤਰ੍ਹਾਂ ਗੱਲਾਂ ਕਰਦਿਆਂ ਵੇਖ ਕੇ ਬਜ਼ੁਰਗ ਨੂੰ ਬਹੁਤ ਖੁਸ਼ੀ ਹੋਈ। ਉਹ ਕਹਿਣ ਲੱਗਾ ਕਿ ਸਲਮਾ ਉਸਦੀ ਬੇਟੀ ਬਹੁਤ ਭਾਵੁਕ ਹੈ। ਉਹ ਹਰ ਚੀਜ਼ ਨੂੰ ਆਤਮਾ ਦੀਆਂ ਅੱਖਾਂ ਨਾਲ ਵੇਖਦੀ ਹੈ। ਫਿਰ ਉਸਨੇ ਬੜੇ ਢੰਗ ਨਾਲ ਤੇ ਸੰਭਲ ਕੇ ਗੱਲਬਾਤ ਕੀਤੀ ਜਿਵੇਂ ਉਸਨੂੰ ਮੇਰੇ ਵਿੱਚ ਜਾਦੂਈ ਖਿੱਚ ਨਜ਼ਰ ਆਈ ਹੋਵੇ ਜਿਸ ਨੇ ਉਸਨੂੰ ਬੀਤੇ ਦਿਨਾਂ ਦੀ ਯਾਦ ਦੇ ਖੰਭਾਂ ਤੇ ਬਿਠਾ ਦਿੱਤਾ ਹੋਵੇ। ਜਿਵੇਂ ਕਿ ਮੈਨੂੰ ਲੱਗਿਆ ਕਿ ਉਹ ਮੇਰੇ ਬੀਤੇ ਸਾਲਾਂ ਦੀਆਂ ਯਾਦਾਂ ਵਿੱਚ ਖੁੰਬਿਆ ਹੋਇਆ ਹੈ। ਉਸਨੇ ਮੇਰੇ ਮੂੰਹ ਵੱਲ ਇੰਝ ਵੇਖਿਆ ਜਿਵੇਂ ਇੱਕ ਉੱਚਾ ਲੰਬਾ ਪੁਰਾਣਾ ਦਰਖਤ ਹੋਵੇ ਜਿਸ ਨੇ ਤੂਫਾਨਾਂ ਦਾ ਸਾਹਮਣਾ ਕੀਤਾ ਹੋਵੇ ਅਤੇ ਸੂਰਜ ਦੀਆਂ ਰਿਸ਼ਮਾਂ ਦਾ ਪਰਛਾਵਾਂ ਉਸ ਨਵੇਂ ਉੱਗੇ ਬੂਟੇ ਉੱਤੇ ਪੈਦਾ ਹੋਵੇ ਜੋ ਸਵੇਰ ਦੀ ਹਵਾ ਦੇ ਝੋਂਕੇ ਤੋਂ ਪਹਿਲਾਂ ਕੰਬ ਜਾਂਦਾ ਹੈ। ਪਰ ਸਲਮਾ ਸ਼ਾਂਤ ਬੈਠੀ ਸੀ। ਕਿਸੇ ਵੇਲੇ ਉਹ ਕਦੇ ਮੇਰੇ ਵੱਲ ਤੇ ਫਿਰ ਆਪਣੇ ਪਿਤਾ ਵੱਲ ਵੇਖਦੀ ਜਿਵੇਂ ਜ਼ਿੰਦਗੀ ਦੇ ਨਾਟਕ ਦਾ ਪਹਿਲਾ ਤੇ ਆਖਰੀ ਅਧਿਆਇ ਪੜ੍ਹ ਰਹੀ ਹੋਵੇ। ਦਿਨ ਇਸ ਤਰ੍ਹਾਂ ਹੀ ਤੇਜ਼ੀ ਨਾਲ ਬੀਤ ਗਿਆ ਤੇ ਖਿੜਕੀ ਵਿੱਚੋਂ ਬਾਹਰ ਲੈਬਨਾਨ ਦੇ ਪਹਾੜਾਂ ਉੱਤੇ ਢਲਦੇ ਸੂਰਜ ਦੀਆਂ ਪੀਲੀਆਂ ਕਿਰਨਾਂ ਨਜ਼ਰ ਆਉਣ ਲੱਗੀਆਂ। ਫੈਰਸ ਆਫੰਦੀ ਬੀਤੀਆਂ ਘਟਨਾਵਾਂ ਦੁਹਰਾਉਂਦਾ ਰਿਹਾ ਅਤੇ ਮੈਂ ਸਬਰ ਨਾਲ ਸੁਣਦਾ ਅਤੇ ਪੂਰੇ ਜੋਸ਼ ਨਾਲ ਹੁੰਗਾਰਾ ਭਰਦਾ ਰਿਹਾ ਕਿ ਉਸਦਾ ਗਮ ਖੁਸ਼ੀ ਵਿੱਚ ਬਦਲ ਗਿਆ। ਸਲਮਾ ਖਿੜਕੀ ਕੋਲ ਬੈਠੀ ਗਮਗੀਨ ਨਜ਼ਰਾਂ ਨਾਲ ਬਿਨਾਂ ਕੁਝ ਬੋਲੇ ਵੇਖਦੀ ਰਹੀ। ਭਾਵੇਂ ਖੂਬਸੂਰਤੀ ਦੀ ਆਪਣੀ ਹੀ ਆਨੰਦਮਈ ਜ਼ੁਬਾਨ ਹੁੰਦੀ ਹੈ, ਜ਼ੁਬਾਨ ਤੇ ਹੋਠਾਂ ਦੀਆਂ ਆਵਾਜ਼ਾਂ ਨਾਲੋਂ ਉਚੇਰੀ। ਇਹ ਅਸੀਮ ਜ਼ੁਬਾਨ ਹੈ ਸਾਰੀ ਇਨਸਾਨੀਅਤ ਦੀ ਇੱਕੋ ਜਿਹੀ, ਇੱਕ ਸ਼ਾਂਤ ਝੀਲ ਜਿਹੀ ਜੋ ਗੁਣਗੁਣਾਉਂਦੇ ਚਸ਼ਮਿਆਂ ਨੂੰ ਆਪਣੇ ਵੱਲ ਖਿੱਚ ਕੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਕੇ ਚੁੱਪ ਕਰਾ ਦਿੰਦੀ ਹੈ। ਸਾਡੀਆਂ ਆਤਮਾਵਾਂ ਹੀ ਖੂਬਸੂਰਤੀ ਸਮਝ ਸਕਦੀਆਂ ਹਨ ਜਾਂ ਇਸ ਨਾਲ ਰਹਿ ਅਤੇ ਵੱਧ ਫੁੱਲ ਸਕਦੀਆਂ ਹਨ। ਇਹ ਸਾਡੇ ਮਨਾਂ ਵਿੱਚ ਹਲਚਲ ਮਚਾ ਦਿੰਦੀ ਹੈ। ਇਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਅਜਿਹੀ ਝਰਨਾਹਟ ਹੈ ਜੋ ਦੇਖਣ ਵਾਲੇ ਅਤੇ ਵੇਖੇ ਜਾਣ ਵਾਲੇ ਵਿਚਾਲੇ ਪੈਦਾ ਹੁੰਦੀ ਹੈ ਪਰ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ। ਅਸਲ ਖੂਬਸੂਰਤੀ ਇੱਕ ਕਿਰਨ ਹੈ ਜੋ ਆਤਮਾ ਦੀ ਪਵਿੱਤਰਤਾ ਵਿੱਚੋਂ ਨਿਕਲਦੀ
ਅਤੇ ਜਿਸਮ ਨੂੰ ਰੌਸ਼ਨ ਕਰਦੀ ਹੈ, ਜਿਵੇਂ ਕਿ ਇੱਕ ਫੁੱਲ ਨੂੰ ਧਰਤੀ ਦੀ ਗਹਿਰਾਈ ਵਿੱਚੋਂ ਜੀਵਨ, ਰੰਗ ਤੇ ਖੁਸ਼ਬੂ ਮਿਲਦੀ ਹੈ। ਅਸਲ ਖੂਬਸੂਰਤੀ ਆਤਮਿਕ ਮਿਲਾਪ ਵਿੱਚ ਹੈ, ਜਿਸ ਨੂੰ ਪਿਆਰ ਦਾ ਨਾਂ ਦਿੱਤਾ ਜਾਂਦਾ ਹੈ, ਜੋ ਔਰਤ ਅਤੇ ਮਰਦ ਵਿੱਚ ਹੁੰਦਾ ਹੈ। ਕਿ ਉਸ ਦਿਨ ਜਦੋਂ ਅਸੀਂ ਮਿਲੇ, ਮੇਰੀ ਤੇ ਸਲਮਾ ਦੀ ਆਤਮਾ ਇੱਕ ਦੂਜੇ ਦੇ ਇੰਨੀ ਨੇੜੇ ਪਹੁੰਚ ਗਈ ਸੀ ਕਿ ਉਸੇ ਤਾਂਘ ਕਾਰਨ ਸਲਮਾ ਮੈਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਜ਼ਰ ਆਈ ਸੀ, ਜਾਂ ਕੀ ਮੈਨੂੰ ਜਵਾਨੀ ਦਾ ਨਸ਼ਾ ਸੀ ਜਿਸ ਕਰਕੇ ਮੈਂ ਅਜਿਹਾ ਕਿਆਸ ਕੀਤਾ ਜਿਸ ਦੀ ਹੋਂਦ ਹੀ ਨਹੀਂ ਸੀ? ਕਿ ਮੇਰੀਆਂ ਅੱਖਾਂ ਅੱਗੇ ਜਵਾਨੀ ਦੇ ਨਸ਼ੇ ਦਾ ਪਰਦਾ ਪੈ ਗਿਆ ਸੀ, ਜਿਸ ਕਾਰਨ ਮੈਂ ਉਸਦੀਆਂ ਅੱਖਾਂ ਦੀ ਚਮਕ, ਜ਼ੁਬਾਨ ਦੀ ਮਿਠਾਸ ਤੇ ਜਿਸਮ ਦੀ ਖੂਬਸੂਰਤੀ ਦੀ ਕਲਪਨਾ ਕਰ ਸਕਿਆ ਸਾਂ? ਜਾਂ ਕੀ ਉਸਦੀ ਚਮਕ, ਮਿਠਾਸ ਅਤੇ ਛੱਬ ਨੇ ਮੇਰੀਆਂ ਅੱਖਾਂ ਖੋਲ੍ਹ ਕੇ ਮੈਨੂੰ ਪਿਆਰ ਦੀ ਖੁਸ਼ੀ ਤੇ ਗਮ ਦੇ ਦਰਸ਼ਨ ਕਰਾਏ ਸਨ? ਇਹਨਾਂ ਸਵਾਲਾਂ ਦਾ ਜਵਾਬ ਦੇਣਾ ਔਖਾ ਹੈ, ਪਰ ਇਹ ਸੱਚ ਹੈ ਕਿ ਉਸ ਘੜੀ ਮੈਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਜੋ ਪਹਿਲਾਂ ਕਦੇ ਨਹੀਂ ਸੀ ਹੋਇਆ। ਮੇਰੇ ਦਿਲ ਵਿੱਚ ਨਵੀਂ ਤਰ੍ਹਾਂ ਦਾ ਸ਼ਾਂਤ ਭਾਵ ਉਪਜਿਆ, ਜਿਵੇਂ ਸੰਸਾਰ ਦੀ ਉਤਪਤੀ ਵੇਲੇ ਜਲ ਥਲ ਉੱਤੇ ਰੂਹਾਂ ਮੰਡਰਾ ਰਹੀਆਂ ਹੋਣ, ਅਤੇ ਉਸ ਪਿਆਰ ਭਾਵ ਵਿੱਚੋਂ ਹੀ ਮੇਰੀ ਖੁਸ਼ੀ ਤੇ ਗਮੀ ਪੈਦਾ ਹੋਈ। ਇਸ ਤਰ੍ਹਾਂ ਸਲਮਾ ਨਾਲ ਮੇਰੀ ਪਹਿਲੀ ਮਿਲਣੀ ਦੀਆਂ ਘੜੀਆਂ ਖਤਮ ਹੋ ਗਈਆਂ ਅਤੇ ਖੁਦਾਈ ਇੱਛਾ ਨੇ ਮੈਨੂੰ ਜਵਾਨੀ ਅਤੇ ਇਕੱਲ ਦੇ ਬੰਧਨਾਂ ਤੋਂ ਆਜ਼ਾਦ ਕਰਾ ਕੇ ਪਿਆਰ ਦੇ ਰਾਹ ਵੱਲ ਤੋਰਿਆ। ਦੁਨੀਆ ਵਿੱਚ ਕੇਵਲ ਪਿਆਰ ਹੀ ਆਜ਼ਾਦੀ ਹੈ, ਕਿਉਂਕਿ ਇਹ ਰੂਹ ਨੂੰ ਇਸ ਤਰ੍ਹਾਂ ਉੱਚਾ ਚੁੱਕਦੀ ਹੈ ਕਿ ਇਨਸਾਨੀਅਤ ਦੇ ਕਾਨੂੰਨ ਅਤੇ ਕੁਦਰਤ ਦੀ ਪ੍ਰਕਿਰਿਆ ਇਸ ਦੇ ਅਸੂਲਾਂ ਨੂੰ ਬਦਲ ਨਹੀਂ ਸਕਦੇ। ਜਿਉਂ ਹੀ ਮੈਂ ਵਾਪਸ ਜਾਣ ਲਈ ਉੱਠਿਆ, ਫੈਰਸ ਅਫੰਦੀ ਮੇਰੇ ਕੋਲ ਆਇਆ ਅਤੇ ਪਿਆਰ ਨਾਲ ਕਹਿਣ ਲੱਗਾ, ਮੇਰੇ ਬੇਟੇ, ਤੈਨੂੰ ਇਸ ਘਰ ਦੇ ਰਾਹ ਦਾ ਪਤਾ ਲੱਗ ਗਿਆ ਹੈ। ਅਕਸਰ ਆਉਂਦੇ ਰਹਿਣਾ ਅਤੇ ਇਸ ਘਰ ਨੂੰ ਆਪਣੇ ਬਾਪ ਦਾ ਘਰ ਹੀ ਸਮਝਣਾ। ਮੈਨੂੰ ਆਪਣਾ ਪਿਤਾ ਤੇ ਸਲਮਾ ਨੂੰ ਆਪਣੀ ਭੈਣ ਸਮਝੀ। ਇਹ ਕਹਿ ਕੇ ਉਹ ਸਲਮਾ ਵੱਲ ਮੁੜਿਆ, ਜਿਵੇਂ ਆਪਣੀ ਗੱਲ ਦੀ ਪੁਸ਼ਟੀ ਚਾਹੁੰਦਾ ਹੋਵੇ। ਉਸਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਫਿਰ ਮੇਰੇ ਵੱਲ ਵੇਖਿਆ, ਜਿਵੇਂ ਕੋਈ ਪੁਰਾਣੀ ਜਾਣ ਪਹਿਚਾਣ ਹੋਵੇ। ਫੈਰਸ ਅਫੰਦੀ ਨੇ ਉਹਨਾਂ ਸ਼ਬਦਾਂ ਨੇ ਮੈਨੂੰ ਪਿਆਰ ਦੀ ਮੂਰਤੀ, ਉਸਦੀ ਬੇਟੀ ਦੇ ਨੇੜੇ ਹੋਣ ਦਾ ਮਾਣ ਬਖਸ਼ਿਆ। ਉਹ ਸ਼ਬਦ ਆਕਾਸ਼ੀ ਗੀਤ ਸੀ ਜੋ ਉਮੰਗ ਨਾਲ ਸ਼ੁਰੂ ਹੋਇਆ ਅਤੇ ਗਮ ਨਾਲ ਖਤਮ। ਉਹਨਾਂ ਸ਼ਬਦਾਂ ਨੇ ਸਾਰੀਆਂ ਰੂਹਾਂ ਨੂੰ ਰੌਸ਼ਨੀ ਦੇ ਦਾਇਰੇ ਅਤੇ ਜਲਾ ਦੇਣ ਵਾਲੀਆਂ ਲਪਟਾਂ ਤੱਕ ਉੱਚਾ ਚੁੱਕ ਦਿੱਤਾ। ਉਹ ਅਜਿਹਾ ਪਿਆਲਾ ਸੀ ਜਿਸ ਵਿੱਚੋਂ ਅਸਾਂ ਖੁਸ਼ੀ ਤੇ ਕੁੜੱਤਣ ਪੀਤੀ। ਮੈਂ ਵਾਪਸ ਪਰਤ ਆਇਆ। ਬਜ਼ੁਰਗ ਮੇਰੇ ਨਾਲ ਬਾਗ ਦੇ ਸਿਰੇ ਤੱਕ ਆਇਆ, ਜਦੋਂ ਕਿ ਮੇਰਾ ਦਿਲ ਇੱਕ ਪਿਆਸੇ ਆਦਮੀ ਦੇ ਹੋਠਾਂ ਵਾਂਗ ਕੰਬ ਰਿਹਾ ਸੀ। ਅੰਕ 5ਵਾਂ। ਨਿਸਾਨ ਦਾ ਮਹੀਨਾ ਲਗਭਗ ਬੀਤ ਹੀ ਚੁੱਕਿਆ ਸੀ। ਮੈਂ ਫੈਰਸ ਅਫੰਦੀ ਦੇ ਘਰ ਅਕਸਰ ਜਾਂਦਾ ਰਿਹਾ ਅਤੇ ਸਲਮਾ ਨੂੰ ਖੂਬਸੂਰਤ ਬਾਗ ਵਿੱਚ ਮਿਲਦਾ, ਉਸਦੀ ਖੂਬਸੂਰਤੀ ਨੂੰ ਨਿਹਾਰਦਾ, ਸਿਆਣਪ ਦੀ ਦਾਤ ਦਿੰਦਾ ਤੇ ਉਸਦੇ ਗਮਗੀਨ ਦਿਲ ਦੀ ਧੜਕਣ ਸੁਣਦਾ। ਮੈਨੂੰ ਜਾਪਦਾ ਕੋਈ ਅਦਿੱਖ ਤਾਕਤ ਮੈਨੂੰ ਉਸ ਵੱਲ ਖਿੱਚੀ ਲਈ ਜਾਂਦੀ ਸੀ। ਹਰ ਮਿਲਣੀ ਉੱਤੇ ਉਸਦੀ ਖੂਬਸੂਰਤੀ ਦੇ ਨਵੇਂ ਪਹਿਲੂ ਨਜ਼ਰੀ ਪੈਂਦੇ, ਉਸਦੀ ਨਿੱਘੀ ਰੂਹ ਵਿੱਚ ਝਾਕਣ ਦਾ ਮੌਕਾ ਮਿਲਦਾ, ਜਦੋਂ ਤੱਕ ਕਿ ਉਹ ਇੱਕ ਮੁਕੰਮਲ ਕਿਤਾਬ ਨਾ ਬਣ ਗਈ, ਜਿਸ ਦੇ ਪੰਨੇ ਮੈਂ ਸਮਝ ਸਕਦਾ ਸਾਂ ਤੇ ਉਸਦੀ ਸਿਫਤ ਕਰ ਸਕਦਾ ਸਾਂ, ਪਰ ਜਿਸ ਨੂੰ ਪੜ੍ਹਨਾ ਮੈਂ ਬੰਦ ਨਾ ਕਰ ਸਕਿਆ। ਇੱਕ ਔਰਤ ਜਿਸ ਨੂੰ ਵਿਧਾਤਾ ਨੇ ਰੂਹ ਅਤੇ ਜਿਸਮ ਦੀ ਸੁੰਦਰਤਾ ਬਖਸ਼ੀ, ਇੱਕ ਸੱਚਾਈ ਹੈ ਅਤੇ ਇਸ ਦੇ ਨਾਲ ਹੀ ਖੁੱਲ੍ਹਾ ਅਤੇ ਭੇਦ ਦੋਵੇਂ ਗੱਲਾਂ ਹਨ, ਜਿਸ ਨੂੰ ਕੇਵਲ ਪਿਆਰ ਨਾਲ ਸਮਝਿਆ ਅਤੇ ਖੂਬੀ ਰਾਹੀਂ ਮਹਿਸੂਸ ਕੀਤਾ ਜਾ ਸਕਦਾ ਹੈ। ਅਤੇ ਜੇ ਅਸੀਂ ਅਜਿਹੀ ਔਰਤ ਦਾ ਵਰਣਨ ਕਰਨ ਦਾ ਯਤਨ ਕਰੀਏ ਤਾਂ ਉਹ ਇੰਝ ਅਲੋਪ ਹੋ ਜਾਂਦੀ ਹੈ ਜਿਵੇਂ ਵਾਸ਼ਪਕਰਨ। ਸਲਮਾ ਵਿੱਚ ਜਿਸਮਾਨੀ ਤੇ ਰੂਹਾਨੀ ਦੋਵੇਂ ਤਰ੍ਹਾਂ ਦੀ ਖੂਬਸੂਰਤੀ ਸੀ, ਪਰ ਜਿਹੜਾ ਉਸਨੂੰ ਜਾਣਦਾ ਹੀ ਨਹੀਂ, ਉਸ ਦੇ ਕੋਲ ਮੈਂ ਉਸ ਬਾਰੇ ਕੀ ਬਿਆਨ ਕਰਾਂ? ਕਿ ਇੱਕ ਲਾਸ਼ ਨੂੰ ਨਾਈਟਿੰਗਲ ਦਾ ਗੀਤ, ਫੁੱਲਾਂ ਦੀ ਖੁਸ਼ਬੂ ਅਤੇ ਚਸ਼ਮੇ ਦਾ ਹੌਂਕਾ ਮਹਿਸੂਸ ਹੁੰਦਾ ਹੈ? ਕਿ ਇੱਕ ਭਾਰੀ ਜੰਜੀਰਾਂ ਵਿੱਚ ਜਕੜਿਆ ਕੈਦੀ ਪ੍ਰਭਾਤ ਦੀ ਰੁਮਕਦੀ ਹਵਾ ਨਾਲ ਕਦਮ ਮਿਲਾ ਕੇ ਚੱਲ ਸਕਦਾ ਹੈ? ਕਿ ਚੁੱਪ ਮੌਤ ਨਾਲੋਂ ਵਧੇਰੇ ਦੁਖਦਾਈ ਨਹੀਂ ਹੈ? ਕਿ ਮੇਰਾ ਆਤਮ ਸਨਮਾਨ ਮੈਨੂੰ ਸਧਾਰਨ ਸ਼ਬਦਾਂ ਵਿੱਚ ਸਲਮਾ ਦੀ ਖੂਬਸੂਰਤੀ ਦਾ ਬਿਆਨ ਕਰਨ ਤੋਂ ਵਰਜਦਾ ਨਹੀਂ, ਜਦ ਤੱਕ ਕਿ ਮੈਂ ਸਹੀ ਅਰਥਾਂ ਵਿੱਚ ਉਸਦਾ ਵਰਣਨ ਕਰਨ ਦੇ ਸਮਰੱਥ ਨਾ ਹੋ ਜਾਵਾਂ? ਇੱਕ ਭੁੱਖਾ ਆਦਮੀ ਰੇਗਿਸਤਾਨ ਵਿੱਚ ਸੁੱਕੀ ਡਬਲ ਰੋਟੀ ਦੇ ਟੁਕੜੇ ਖਾਣ ਤੋਂ ਨਾ ਨਹੀਂ ਕਰੇਗਾ, ਜਦ ਤੱਕ ਵਿਧਾਤਾ ਉਸਨੂੰ ਭੋਜਨ ਜਾਂ ਜਲ ਨਾਲ ਨਿਹਾਲ ਨਹੀਂ ਕਰ ਦਿੰਦਾ। ਸਫੇਦ ਰੇਸ਼ਮੀ ਪੁਸ਼ਾਕ ਵਿੱਚ ਸਲਮਾ ਇੰਨੀ ਨਾਜ਼ੁਕ ਲੱਗ ਰਹੀ ਸੀ ਜਿਵੇਂ ਖਿੜਕੀ ਰਾਹੀਂ ਆਉਂਦੀ ਚੰਦਰਮਾ ਦੀ ਰੌਸ਼ਨੀ। ਉਹ ਬੜੇ ਸੋਹਣੇ ਅੰਦਾਜ਼ ਵਿੱਚ ਮਟਕ ਮਟਕ ਕੇ ਤੁਰਦੀ। ਉਸਦੀ ਆਵਾਜ਼ ਮਿੱਠੀ ਤੇ ਧੀਮੀ ਸੀ।
ਉਸ ਦੇ ਹੋਠਾਂ ਵਿੱਚੋਂ ਨਿਕਲੇ ਸ਼ਬਦ ਇੰਜ ਜਾਪਦੇ ਜਿਵੇਂ ਹਵਾ ਦੇ ਚੱਲਣ ਨਾਲ ਫੁੱਲ ਪੱਤੀਆਂ ਉੱਤੋਂ ਤਰੇਲ ਤੁਪਕੇ ਡਿੱਗਦੇ ਹੋਣ। ਸਲਮਾ ਦੇ ਚਿਹਰੇ ਦਾ ਕੀ ਕਹਿਣਾ, ਉਸ ਦੇ ਹਾਵ ਭਾਵ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਹਿਲਾ ਕਦਮ ਅੰਦਰ ਦੇ ਦੁੱਖਾਂ ਦਾ ਝੋਲਾ ਪਾਉਂਦਾ ਅਤੇ ਫਿਰ ਆਨੰਦ ਭਰਪੂਰ ਰੂਹਾਨੀ ਖੁਸ਼ੀ ਦਾ। ਸਲਮਾ ਦੇ ਚਿਹਰੇ ਦੀ ਖੂਬਸੂਰਤੀ ਕੋਈ ਸਧਾਰਨ ਨਹੀਂ ਸੀ। ਇੱਕ ਅਜਿਹੀ ਕਲਪਨਾ ਦਾ ਚਿਤਰਨ ਸੀ ਜਿਸ ਨੂੰ ਕਿਸੇ ਚਿੱਤਰਕਾਰ ਦਾ ਬੁਰਸ਼ ਕਿਸੇ ਦਾਇਰੇ ਵਿੱਚ ਬੰਨ ਜਾਂ ਚਿੱਤਰ ਨਹੀਂ ਸਕਦਾ ਤੇ ਨਾ ਹੀ ਬੁੱਤ ਤਰਾਸ਼ ਦੀ ਸ਼ੈਣੀ ਤਰਾਸ਼ ਸਕਦੀ ਹੈ। ਸਲਮਾ ਦੀ ਖੂਬਸੂਰਤੀ ਉਸਦੇ ਸੁਨਹਿਰੀ ਵਾਲਾ ਕਾਰਨ ਨਹੀਂ, ਸਗੋਂ ਉਸਦੇ ਆਲੇ ਦੁਆਲੇ ਦੀ ਪਵਿੱਤਰਤਾ ਤੇ ਭੋਲੇਪਨ ਕਾਰਨ ਸੀ। ਉਸਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਨਹੀਂ ਸੀ, ਸਗੋਂ ਉਸ ਵਿੱਚੋਂ ਆਉਂਦੀ ਰੌਸ਼ਨੀ ਕਾਰਨ ਸੀ। ਉਸਦੇ ਹੋਠਾਂ ਦੀ ਲਾਲੀ ਵਿੱਚ ਨਹੀਂ, ਸਗੋਂ ਉਸਦੇ ਮੂੰਹੋਂ ਨਿਕਲਦੇ ਮਿਠਾਸ ਭਰੇ ਸ਼ਬਦਾਂ ਵਿੱਚ ਸੀ। ਉਸਦੀ ਲੰਬੀ ਸਫੇਦ ਗਰਦਨ ਵਿੱਚ ਨਹੀਂ, ਸਗੋਂ ਹਲਕੀ ਜਿਹੀ ਝੁਕੀ ਹੋਣ ਵਿੱਚ ਸੀ। ਨਾ ਹੀ ਉਸਦੀ ਖੂਬਸੂਰਤੀ ਜਿਸਮ ਦੇ ਸੰਪੂਰਨ ਆਕਾਰ ਵਿੱਚ ਸੀ, ਸਗੋਂ ਉਸਦੀ ਆਤਮਾ ਦੀ ਉੱਚਤਾ ਵਿੱਚ ਸੀ ਜੋ ਸਫੈਦ ਰੌਸ਼ਨੀ ਵਾਂਗ ਧਰਤੀ ਤੇ ਆਕਾਸ਼ ਵਿੱਚ ਚਾਨਣ ਕਰ ਰਹੀ ਸੀ। ਉਸਦੀ ਖੂਬਸੂਰਤੀ ਕਿਸੇ ਕਵੀ ਦਾ ਤੋਹਫਾ ਸੀ, ਪਰ ਕਵੀ ਹਮੇਸ਼ਾ ਨਾ ਖੁਸ਼ ਰਹਿੰਦੇ ਹਨ ਕਿਉਂਕਿ ਉਹਨਾਂ ਦੀਆਂ ਆਤਮਾਵਾਂ ਭਾਵੇਂ ਕਿੰਨੀਆਂ ਉਚੇਰੀਆਂ ਪਹੁੰਚ ਜਾਣ, ਪਰ ਉਹਨਾਂ ਦੀ ਬੋਲੀ ਹੰਝੂਆਂ ਨਾਲ ਭਰੀ ਰਹਿੰਦੀ ਹੈ। ਸਲਮਾ ਬਹੁਤ ਬੋਲਣ ਦੀ ਬਜਾਏ ਕਿਸੇ ਡੂੰਘੀ ਸੋਚ ਵਿੱਚ ਮਗਨ ਰਹਿੰਦੀ ਸੀ। ਉਸ ਦੀ ਚੁੱਪ ਵਿੱਚ ਅਜਿਹਾ ਸੰਗੀਤ ਸੀ ਜੋ ਮਨੁੱਖ ਨੂੰ ਸੁਪਨਿਆਂ ਦੀ ਦੁਨੀਆ ਵਿੱਚ ਪਹੁੰਚਾ ਦਿੰਦਾ ਤੇ ਉਸਦੇ ਦਿਲ ਦੀ ਧੜਕਨ ਸੁਣਾਈ ਦਿੰਦੀ ਅਤੇ ਉਸਦੇ ਸਾਹਮਣੇ ਖੜੇ ਮਨੁੱਖ ਦੇ ਵਿਚਾਰਾਂ ਤੇ ਭਾਵਨਾਵਾਂ ਦਾ ਪਰਛਾਵਾਂ ਉਸਦੀਆਂ ਅੱਖਾਂ ਵਿੱਚੋਂ ਨਜ਼ਰੀ ਪੈਂਦਾ। ਉਸਨੇ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਦਾ ਚੋਗਾ ਪਹਿਨ ਰੱਖਿਆ ਜੋ ਉਸਦੀ ਖੂਬਸੂਰਤੀ ਤੇ ਸ਼ਾਨ-ਬਾਨ ਵਿੱਚ ਵਾਧਾ ਕਰਦਾ, ਜਿਵੇਂ ਪ੍ਰਭਾਤ ਦੇ ਧੁੰਦਲਕੇ ਵਿੱਚ ਫੁੱਲਾਂ ਲੱਦਿਆ ਦਰਖਤ ਵਧੇਰੇ ਪਿਆਰਾ ਲੱਗਦਾ ਹੈ। ਇਸ ਗਮ ਨੇ ਸਾਡੀਆਂ ਆਤਮਾਵਾਂ ਨੂੰ ਨੇੜੇ ਕਰ ਦਿੱਤਾ। ਅਸੀਂ ਇੱਕ ਦੂਜੇ ਦੇ ਚਿਹਰੇ ਵੱਲ ਵੇਖਿਆ ਜੋ ਦਿਲ ਨੇ ਮਹਿਸੂਸ ਕੀਤਾ ਤੇ ਕਿਸੇ ਛੁਪੇ ਰਹੱਸ ਦੀ ਗੂੰਜ ਨੂੰ ਅਸਾਂ ਸੁਣਿਆ। ਪਰਮਾਤਮਾ ਨੇ ਜਿਸਮ ਦੋ ਬਣਾਏ ਸਨ, ਪਰ ਜਾਨ ਇੱਕ ਅਤੇ ਵਿਛੋੜਾ ਕੁਝ ਵੀ ਨਹੀਂ, ਸਿਰਫ ਮਾਨਸਿਕ ਪੀੜ ਸੀ। ਇੱਕ ਗਮਗੀਨ ਆਤਮਾ ਜਦੋਂ ਆਪਣੇ ਜਿਹੀ ਦੂਸਰੀ ਆਤਮਾ ਨਾਲ ਮਿਲਦੀ ਹੈ ਤਾਂ ਸਕੂਨ ਮਿਲਦਾ ਹੈ। ਉਹ ਪਿਆਰ ਨਾਲ ਮਿਲਦੇ ਹਨ ਜਿਵੇਂ ਇੱਕ ਅਜਨਬੀ ਨੂੰ ਦੂਸਰੇ ਅਜਨਬੀ ਨਾਲ ਕਿਸੇ ਬਗਾਨੇ ਦੇਸ਼ ਵਿੱਚ ਮਿਲ ਕੇ ਖੁਸ਼ੀ ਹੁੰਦੀ ਹੈ। ਗਮਾਂ ਦੇ ਵਸੀਲੇ ਰਾਹੀਂ ਮਿਲੇ ਦਿਲਾਂ ਨੂੰ ਖੁਸ਼ੀ ਕਿਸੇ ਤਰ੍ਹਾਂ ਵੀ ਵਿਛੋੜ ਨਹੀਂ ਸਕਦੀ। ਪਿਆਰ ਜੋ ਹੰਝੂਆਂ ਦੀ ਭੱਠੀ ਵਿੱਚ ਪੱਕਦਾ ਹੈ, ਸਦੀਵੀ ਤੌਰ ਤੇ ਖੂਬਸੂਰਤ ਤੇ ਪਵਿੱਤਰ ਹੋ ਜਾਂਦਾ ਹੈ। ਧੰਨਵਾਦ।